RSS ਦਾ ਇੱਕ ਏਜੰਡਾ ਜਿਹੜਾ ਅਖੰਡ ਭਾਰਤ ਬਣਾਉਣਾ, ਕੱਲਾ ਜਿਹੜਾ ਮੌਜੂਦਾ ਭਾਰਤ ਹੈ ਇੱਥੇ ਹਿੰਦੂ ਰਾਸ਼ਟਰ ਨੂੰ ਲਾਗੂ ਕਰਨਾ ਨਹੀਂਗਾ। ਇਹਦੇ ਵਿੱਚ ਕੁਝ ਹੋਰ ਮੁਲਕਾਂ ਨੂੰ ਵੀ ਉਹਨਾਂ ਨੇ ਸ਼ਾਮਲ ਕਰਨ ਦੀ ਆਪਦੀ ਰਣਨੀਤੀ ਬਣਾਈ ਹੋਈ ਹੈ। ਜਿਵੇਂ ਸਿੱਖੀ ਦੇ ਧਰਾਤਲ ਤੇ ਖੜ ਕੇ ਸਿੱਖੀ ਨੂੰ ਢਾਹ ਲਾਉਣ ਦੀ RSS ਕੋਸ਼ਿਸ਼ ਕਰ ਰਹੀ ਹੈ। ਰਾਸ਼ਟਰੀ ਸਿੱਖ ਸੰਗਤ ਬਣਾਈ ਹੋਈ ਹੈ, ਸਿੱਖਾਂ ਦੇ ਨਾਮ ਤੇ ਜਥੇਬੰਦੀ ਬਣਾਈ ਹੋਈ ਹੈ। ਪੱਗਾਂ ਬੰਨੀਆਂ ਵਾਲਿਆਂ ਨੂੰ ਸ਼ਿਖਾਵਾਂ ਲਵਾਈਆਂ ਜਾਂਦੀਆਂ ਪਾਰਕਾਂ ਦੇ। ਤਾਂ ਕਿਹੋ ਜਿਹਾ ਪੋਲੀਟੀਕਲ ਸਟਰਕਚਰ ਹੋਊ, ਕੀ ਬਦਲਾਅ ਹੋ ਸਕਦਾ ਹੈ, ਕਿੱਦਾਂ ਦਾ ਅਖੰਡ ਭਾਰਤ ਹੋਊ? ਜਿਹੜੀਆਂ ਧਾਰਮਿਕ ਘੱਟ ਗਿਣਤੀਆਂ ਹੈਗੀਆਂ ਉਹਨਾਂ ਨੂੰ ਜਾਂ ਤਾਂ ਉਹ ਖਤਮ ਕਰਨਗੇ, ਜਿਵੇਂ ਮੁਸਲਮਾਨਾਂ ਨੂੰ ਈਸਾਈਆਂ ਨੂੰ ਕਹਿ ਰਹੇ ਆ, ਤੇ ਜਿਹੜੇ ਸਿੱਖ ਆ ਉਹਨਾਂ ਨੂੰ ਕਹਿੰਦੇ ਵੀ ਇਹ ਤਾਂ ਸਾਡੇ ਹੀ ਆ, ਸਾਡੇ ਵਿੱਚੋਂ ਨਿਕਲ ਕੇ ਗਏ, ਤੇ ਇਹਨਾਂ ਨੂੰ ਅਸੀਂ ਅੰਦਰ ਸਮੋ। ਸਿੱਖ ਫਿਲਾਸਫੀ ਨੂੰ, ਸਿੱਖ ਵਿਚਾਰਧਾਰਾ ਨੂੰ, ਸਿਆਸਤ ਨੂੰ ਢਾਹ ਲਾਉਣ ਵਾਸਤੇ ਇੱਥੇ ਉਹਦੇ ਬਰਾਬਰ ਤੇ ਸੰਪਰਦਾਵਾਂ ਖੜੀਆਂ ਕੀਤੀਆਂ ਹੋਈਆਂ। ਜਿਵੇਂ ਨਿਰੰਕਾਰੀ ਸੰਪਰਦਾ ਹੈਗੀ ਆ, ਨਾਨਕਸਰ ਵਾਲਿਆਂ ਦੀ ਹੈ। ਘੱਟੋ ਘੱਟ ਪੰਜਾਬ ਦੇ ਮੁਸਲਮਾਨ ਨੂੰ ਡਰਨ ਦੀ ਕੋਈ ਲੋੜ ਨਹੀਂ ਗੀ। ਪੰਜਾਬ ਉਹਨਾਂ ਦੇ ਨਾਲ ਖੜਾ। ਜੇ ਪੰਜਾਬ ਦੇ ਮੁਸਲਮਾਨਾਂ ਦੇ ਕਿਸੇ ਵੀ ਤਰ੍ਹਾਂ ਦੀ ਆਂਚ ਆਉਂਦੀ ਆ ਤਾਂ ਇੱਕ ਪੰਜਾਬੀ ਹੋਣ ਦੇ ਨਾਤੇ ਮੁਸਲਮਾਨ ਵੀ ਸੋਚ ਕੇ ਬਾਹਰ ਆਉਣ ਘਰਾਂ ਤੋਂ, ਤੇ ਪੰਜਾਬ ਦਾ ਕੱਲਾ ਕੱਲਾ ਬੱਚਾ, ਬਜ਼ੁਰਗ, ਨੌਜਵਾਨ, ਔਰਤ ਉਹਨਾਂ ਮੁਸਲਮਾਨ ਭਾਈਚਾਰੇ ਦੇ ਨਾਲ ਖੜਾ, ਪਹਿਲਾਂ ਵੀ। ਦੁਨੀਆ ਤੇ ਤੁਹਾਡਾ ਸਵਾਗਤ ਹੈ। ਮੈਂ ਮਨਦੀਪ। ਕਈ ਵਾਰੀ ਕੁਝ ਖਬਰਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਬਹੁਤ ਅਹਿਮ ਹੁੰਦੀਆਂ ਨੇ, ਪਰ ਉਹਨਾਂ ਖਬਰਾਂ ਨੂੰ ਅਸੀਂ ਅੱਖੋਂ ਪਰੋਖੇ ਕਰ ਦਿੰਦੇ ਹਾਂ, ਉਹਨਾਂ ਖਬਰਾਂ ਨੂੰ ਅੰਜਾਈ ਲਗਾ ਦਿੰਦੇ ਹਾਂ। ਜਿਵੇਂ ਪਿਛਲੇ ਦਿਨੀ ਮੋਹਨ ਭਾਗਵਤ ਦਾ ਬਿਆਨ ਆਇਆ ਇੱਕ, ਕਿ ਅਸੀਂ 15 ਸਾਲਾਂ ਤੱਕ ਅਖੰਡ ਭਾਰਤ ਦੀ ਸਥਾਪਨਾ ਕਰਾਂਗੇ। ਬਿਆਨ ਬਹੁਤ ਵੱਡਾ ਹੈ, ਬਹੁਤ ਖਤਰਨਾਕ ਬਿਆਨ ਆ। ਜੇਕਰ ਇਸ ਖਬਰ ਨੂੰ ਅਸੀਂ ਅਣਗੌਲਿਆ ਕੀਤਾ ਤਾਂ ਇਹਦਾ ਮਤਲਬ ਕਿ ਅਸੀਂ ਬਹੁਤ ਕੁਝ ਅਣਗੌਲਿਆ ਕਰ ਰਹੇ ਹਾਂ। ਇਹ ਖਬਰ ਵੱਲ ਤੁਹਾਡਾ ਧਿਆਨ ਦਿਵਾਉਂਦੇ ਆ, ਇਸ ਬਿਆਨ ਵੱਲ ਤੁਹਾਡਾ ਧਿਆਨ ਦਿਵਾਉਂਦੇ ਆ ਕਿ ਅਖੰਡ ਭਾਰਤ ਕੀ ਆ, ਇਹਦੇ ਲਈ ਕੀ ਕਰ ਸਕਦੀ ਆ RSS। ਸੋ ਸਾਡੇ ਨਾਲ ਕਰਮਜੀਤ ਮਾਣੂਕੇ ਮੌਜੂਦ ਨੇ, ਨੌਜਵਾਨ ਭਾਰਤ ਸਭਾ ਤੋਂ। ਆਪਾਂ ਗੱਲਬਾਤ ਕਰਾਂਗੇ। ਬਾਈ ਜੀ ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਗੱਲ ਆਪਾਂ ਸ਼ੁਰੂ ਇੱਥੋਂ ਹੀ ਕਰਦੇ ਹਾਂ ਜੀ। ਬਿਆਨ ਆਇਆ ਅਖੰਡ ਭਾਰਤ ਬਣਾਉਣ ਦਾ, ਤਾਂ ਮੈਨੂੰ ਲੱਗਦਾ ਕਿ ਜਿੱਡਾ ਵੱਡਾ ਬਿਆਨ ਆ ਉੱਡੀ ਹਲੇ ਹਲਚਲ ਉਨੀ ਹੋਈ ਨਹੀਂ। ਤੇ ਇਹਦਾ ਕਾਰਨ ਇੱਕ ਤਾਂ ਇਹੀ ਲੱਗਦਾ ਕਿ ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਨਾ ਹੋਵੇ ਅਖੰਡ ਭਾਰਤ ਕੀ ਆ, ਖਬਰ ਵੱਲ ਧਿਆਨ ਨਹੀਂ ਗਿਆ। ਤਾਂ ਥੋੜ੍ਹਾ ਜਿਹਾ ਆਪਾਂ ਦੱਸੀਏ ਕਿ ਅਖੰਡ ਭਾਰਤ ਕੀ ਆ। ਇਹ RSS ਜੋ 1925 ਦੇ ਵਿੱਚ ਬਣੀ ਸੀਗੀ, ਇਹਨਾਂ ਦਾ ਏਜੰਡਾ 2025 ਤੱਕ ਆਪਦਾ ਜਿਹੜਾ ਹਿੰਦੂ ਰਾਸ਼ਟਰ ਬਣਾਉਣ ਦਾ ਭਾਰਤ ਨੂੰ ਹੈਗਾ। ਤੇ ਜਿਸ ਤਰ੍ਹਾਂ ਇਹ RSS ਦੇਖ ਰਹੀ ਆ ਵੀ 2025 ਹੌਲੀ ਹੌਲੀ ਨੇੜੇ ਆ ਰਿਹਾ, ਤਾਂ ਉਹਦੇ ਅਨੁਸਾਰ ਹੀ ਆਪਦੀ ਰਫ਼ਤਾਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਆ। ਉਸ ਤਰ੍ਹਾਂ ਦੇ ਬਿਆਨ ਦਾਗ ਰਹੇ, ਉਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਆ। ਤੇ ਇਸੇ ਤਰ੍ਹਾਂ ਹੀ RSS ਦਾ ਇੱਕ ਏਜੰਡਾ ਜਿਹੜਾ ਅਖੰਡ ਭਾਰਤ ਬਣਾਉਣਾ, ਕੱਲਾ ਜਿਹੜਾ ਮੌਜੂਦਾ ਭਾਰਤ ਹੈ ਇੱਥੇ ਹਿੰਦੂ ਰਾਸ਼ਟਰ ਨੂੰ ਲਾਗੂ ਕਰਨਾ ਨਹੀਂਗਾ। ਇਹਦੇ ਵਿੱਚ ਕੁਝ ਹੋਰ ਮੁਲਕਾਂ ਨੂੰ ਵੀ ਉਹਨਾਂ ਨੇ ਸ਼ਾਮਲ ਕਰਨ ਦੀ ਆਪਦੀ ਰਣਨੀਤੀ ਬਣਾਈ ਹੋਈ ਹੈ, ਜਿਹਦੇ ਵਿੱਚ ਅਫਗਾਨਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਭੂਟਾਨ, ਮਿਆਂਮਾਰ, ਤਿੱਬਤ, ਇਹ ਸਾਰੇ ਮੁਲਕਾਂ ਨੂੰ ਰਲਾ ਕੇ ਇਹਨੂੰ ਇੱਕ ਅਖੰਡ ਭਾਰਤ ਦਾ ਨਾਮ ਦਿੱਤਾ ਜਾਊਗਾ। ਤੇ ਇਸ ਅਖੰਡ ਭਾਰਤ ਦੇ ਵਿੱਚ ਇਹਨਾਂ ਨੇ ਹਿੰਦੂ ਰਾਸ਼ਟਰ ਦਾ ਏਜੰਡਾ ਲਾਗੂ ਕਰਨਾ। ਆਪਾਂ ਦੇਖਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਜਦੋਂ ਵੀ RSS ਨੇ ਇਸ ਤਰ੍ਹਾਂ ਦੀ ਕੋਸ਼ਿਸ਼ ਵਿੱਢੀ ਆ, ਖਾਸ ਕਰਕੇ ਪਿਛਲੇ 4-5 ਸਾਲਾਂ ਦੇ ਵਿੱਚ ਉਹ NRC ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਉਹ ਇਹਨਾਂ ਨੇ ਕਈ ਤਰੀਕਿਆਂ ਨਾਲ ਦੰਗੇ ਫਸਾਦ ਕਰਵਾਏ, ਮੁਸਲਮਾਨਾਂ ਦੇ ਖਿਲਾਫ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ। ਤਾਂ ਉਹਨੂੰ ਸਭ ਤੋਂ ਵੱਡਾ ਜੇ ਰੋਕ ਲਾਈ ਆ ਤਾਂ ਉਹ ਕਿਸਾਨੀ ਅੰਦੋਲਨ ਨੇ ਲਾਈ ਸੀਗੀ। ਹੁਣ ਇੱਕ ਤਰੀਕੇ ਨਾਲ ਨਾ RSS ਕਿਸਾਨੀ ਅੰਦੋਲਨ ਜਿਹੜਾ ਇਹਨਾਂ ਨੂੰ ਖਮਿਆਜਾ ਭੁਗਤਣਾ ਪਿਆ ਕਿ ਸਾਰੇ ਆਪਦੇ ਪੋਲੀਟੀਕਲ ਏਜੰਡੇ ਇਹਨਾਂ ਨੂੰ ਰੋਕਣੇ ਪਏ ਆ। ਤਾਂ ਕਿਤੇ ਨਾ ਕਿਤੇ ਉਹਦਾ ਬਦਲਾ ਲੈਣ ਵਾਸਤੇ ਮਤਲਬ RSS ਹੁਣ ਚੜ੍ਹ ਕੇ ਆ ਰਹੀ ਆ। ਇੱਕ ਤਰੀਕੇ ਨਾਲ ਉਕਸਾਉਣ ਦੀ ਕੋਸ਼ਿਸ਼ ਕੀਤੀ ਮੋਹਨ ਭਾਗਵਤ ਨੇ, ਇੱਕ ਤਰੀਕੇ ਨਾਲ ਮਤਲਬ ਵੀ ਇਹਦਾ ਰਿਐਕਟ ਕਰਨ ਲੋਕ ਛੇਤੀ ਤੋਂ ਛੇਤੀ, ਤੇ ਸਾਰਿਆਂ ਦਾ ਧਿਆਨ ਆਪਦੀ ਰੋਜ਼ੀ ਰੋਟੀ ਦੀ ਲੜਾਈ, ਰੁਜ਼ਗਾਰ ਦੀ ਲੜਾਈ ਜਾਂ ਹੋਰ ਮਸਲਿਆਂ ਦੀ ਲੜਾਈ ਤੋਂ ਤੋੜ ਕੇ ਇਸ ਪਾਸੇ ਨੂੰ ਲਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ। ਤੇ ਇਹ ਬਿਆਨ ਨੂੰ ਇਸ ਸੰਦਰਭ ਦੇ ਵਿੱਚ ਸਾਨੂੰ ਦੇਖਣਾ ਚਾਹੀਦਾ। ਬਾਈ ਜੀ ਦੇਖਿਆ ਜਾਵੇ ਤਾਂ ਬਹੁ ਗਿਣਤੀ ਲੋਕ ਉਹ ਆ ਜਿਨ੍ਹਾਂ 'ਤੇ ਜ਼ੁਲਮ ਹੋ ਰਿਹਾ, ਭਾਵੇਂ ਉਹ ਖਿਲਰੇ ਹੋਏ ਨੇ, ਹੈ ਨਾ। ਤਾਂ ਕਿਹੜੇ ਤਰੀਕੇ ਨਾਲ, ਕਿਹੜੇ ਹੌਸਲੇ ਨਾਲ ਇਹ ਕਹਿ ਰਹੇ ਨੇ ਕਿ ਅਸੀਂ ਇਹ ਸਾਰਾ ਕੁਝ ਲਾਗੂ ਕਰ ਸਕਦੇ? ਕੀ ਇਹੋ ਜਿਹਾ ਇਹਨਾਂ ਕੋਲੇ ਮੰਤਰ ਆ? ਦੇਖੋ, ਆਪਾਂ ਨੂੰ ਨਾ ਇਹਨਾਂ ਚੀਜ਼ਾਂ ਨੂੰ ਤੋੜ ਕੇ ਤਰੀਕੇ ਨਾਲ ਦੇਖਣਾ ਚਾਹੀਦਾ। ਵੀ ਜਿਵੇਂ ਹਿੰਦੂ ਰਾਸ਼ਟਰ ਬਣਾਉਣਾ ਤੇ ਇੱਕ ਪਾਸੇ ਕੇਂਦਰੀਕਰਨ ਹੋ ਰਿਹਾ, ਠੀਕ ਹੈ। ਇਹਦਾ ਮਤਲਬ ਇਹ ਆ ਕਿ ਇਹਨਾਂ ਦਾ ਉਦੇਸ਼, ਰਣਨੀਤਿਕ ਉਦੇਸ਼ ਆ ਜਿਹੜਾ, ਉਹ ਇਹਨੂੰ ਹਿੰਦੂ ਰਾਸ਼ਟਰ ਬਣਾਉਣਾ, ਜਿੱਥੇ ਨਸਲੀ, ਧਾਰਮਿਕ ਵੰਨ ਸੁਵੰਨਤਾ ਜਿਹੜੀ ਉਹਨੂੰ ਖਤਮ ਕਰਨਾ,
ਭਾਸ਼ਾਵਾਂ, ਬੋਲੀਆਂ, ਅਲੱਗ-ਅਲੱਗ ਤਰ੍ਹਾਂ ਦੀ ਸੰਸਕ੍ਰਿਤੀ ਆ, ਕਲਚਰ, ਇਹਨੂੰ ਖਤਮ ਕਰਨਾ, ਇਹ ਇਹਨਾਂ ਦਾ ਰਣਨੀਤਿਕ ਉਦੇਸ਼ ਆ। ਇਸ ਉਦੇਸ਼ ਦੀ ਪ੍ਰਾਪਤੀ ਵਾਸਤੇ ਇਹਨਾਂ ਨੇ ਜਿਹੜਾ ਕੇਂਦਰੀਕਰਨ ਦਾ ਕੁਹਾੜਾ ਉਹ ਤੇਜ਼ ਕੀਤਾ ਹੋਇਆ। ਹੁਣ ਕੇਂਦਰੀਕਰਨ ਕਰਨਾ, ਕਿਸੇ ਸੂਬੇ ਤੋਂ ਚੰਡੀਗੜ੍ਹ ਰਾਜਧਾਨੀ ਖੋਣੀ ਹੈ, ਪੰਜਾਬ ਤੋਂ ਚੰਡੀਗੜ੍ਹ ਖੋਣਾ, ਕਿਸੇ ਹੋਰ ਸੂਬੇ ਦਾ ਕੋਈ ਸਿਆਸੀ ਅਧਿਕਾਰ ਖੋਣਾ, ਜੰਮੂ ਕਸ਼ਮੀਰ ਨੂੰ 2 ਹਿੱਸਿਆਂ 'ਚ ਵੰਡ ਕੇ ਉਹਦੇ ਟੋਟੇ ਕਰਨੇ ਆ। ਇਹਦੇ ਵਾਸਤੇ ਇਹਨਾਂ ਕੋਲੇ ਸਟੇਟ ਦਾ ਹੋਣਾ ਜ਼ਰੂਰੀ ਹੈ। ਜਿਵੇਂ ਹੁਣ BJP RSS ਕੋਲੇ ਸਟੇਟ ਹੈਗੀ ਆ। ਮੋਹਨ ਭਾਗਵਤ ਨੇ ਵੀ ਬਿਆਨ ਦਿੱਤਾ, ਸਾਡਾ ਪਤਾ ਨਹੀਂ 7000 ਸਾਲਾਂ ਬਾਅਦ ਦੁਬਾਰਾ ਸਾਡਾ ਹਿੰਦੂਆਂ ਦਾ ਰਾਜ ਆਇਆ। ਇਹਨਾਂ ਕੋਲ ਇੱਕ ਸਟੇਟ ਇਹਨਾਂ ਦੇ ਹੱਥ 'ਚ ਆ, ਜਿਸ ਤਰੀਕੇ ਨਾਲ ਇਹ ਲਾਗੂ ਕਰਨਗੇ। ਘੱਟ ਗਿਣਤੀ 'ਚ ਆ, ਪਰ ਘੱਟ ਗਿਣਤੀ ਕੋਲੇ ਜਿਹੜੀ ਸਟੇਟ ਆ, ਸਟੇਟ ਪਾਵਰ ਆ, ਉਹਨੇ ਉਹ ਬਹੁਤ ਗਿਣਤੀ ਤੇ ਆਪਦਾ ਜਿਹੜਾ ਏਜੰਡਾ ਉਸ ਤਰੀਕੇ ਨਾਲ ਲਾਗੂ ਕਰਨਾ। ਹੁਣ ਸਟੇਟ ਜਿਹੜੀ ਆ, ਇਹਦਾ ਫਾਸ਼ੀ ਕਿਰਦਾਰ ਆ ਜਿਹੜਾ ਅਸੀਂ ਅੱਜ ਮੌਜੂਦਾ ਸਮੇਂ 'ਚ ਦੇਖ ਰਹੇ ਹਾਂ। ਕਈ ਵਾਰੀ ਆਪਾਂ ਤਾਂ ਇਹ ਸਮਝ ਲੈਂਦੇ ਆ ਵੀ ਕਾਂਗਰਸ ਕਿਤੇ ਭਲੀ ਮਾਨਸ ਸੀਗੀ, ਜੇ ਤੋਂ ਪਹਿਲਾਂ ਜਿਹੜੀਆਂ ਪਾਰਟੀਆਂ ਦਾ ਰਾਜ ਰਿਹਾ ਉਹ ਚੰਗਾ ਸੀ, ਉਹ ਫਾਸ਼ੀ ਨਹੀਂ ਸੀਗਾ। ਹਰ ਇੱਕ ਹੀ ਹਾਕਮ ਜਮਾਤ ਦੀ ਜਿਹੜੀ ਜਦੋਂ ਵੀ ਉਹ ਸੱਤਾ 'ਚ ਆਉਂਦੀ ਆ, ਲੋਕਾਂ ਦੇ ਅਧਿਕਾਰਾਂ ਨੂੰ ਕੁਚਲ ਕੇ, ਉਹਦਾ ਜਿਹੜਾ ਚਿਹਰਾ ਉਹ ਫਾਸ਼ੀ ਉਹੀ ਹੁੰਦਾ। ਪਰ ਇੱਕ ਸਮੇਂ ਤੱਕ ਉਹਨੂੰ ਲੁਕੋ ਕੇ ਰੱਖਦੇ ਆ। ਸੁਪਰੀਮ ਕੋਰਟਾਂ ਰਾਹੀਂ, ਹਾਈ ਕੋਰਟਾਂ ਰਾਹੀਂ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਆ, ਇਨਸਾਫ ਦੇਵਾਂਗੇ। ਪਰ ਜਦੋਂ ਇੱਕ ਥਾਂ ਤੇ ਆ ਕੇ ਇਹਨਾਂ ਨੂੰ ਇਹ ਲੱਗ ਜਾਂਦਾ ਵੀ ਹੁਣ ਇਹ ਪਹਿਲਾਂ ਵਾਲੇ ਤਰੀਕਿਆਂ ਨਾਲ ਜਿਹੜਾ ਰਾਜ ਸੱਤਾ ਨਹੀਂ ਇਹਨੂੰ ਬਰਕਰਾਰ ਰੱਖਿਆ ਜਾ ਸਕਦਾ ਗਾ, ਕਿਉਂਕਿ ਮੌਕੇ ਤੇ ਇਸ ਤਰ੍ਹਾਂ ਦੇ ਆਰਥਿਕ ਸੰਕਟ ਆਏ ਆ, ਸਮਾਜਿਕ ਬੇਚੈਨੀ ਵਧੀ ਹੈ, ਜਿਵੇਂ ਮੌਜੂਦਾ ਸਮੇਂ 'ਚ ਵੱਧ ਰਹੀ ਆ। ਤਾਂ ਅੱਜ ਸਟੇਟ ਦਾ ਇਹ ਜ਼ਰੂਰਤ ਬਣ ਗਈ ਕਿ ਨੰਗੇ ਚਿੱਟੇ ਰੂਪ 'ਚ, ਫਾਸ਼ੀ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਆਇਆ ਜਾਵੇ, ਜਿਵੇਂ ਸੰਘ ਪਰਿਵਾਰ ਹੁਣ ਨੰਗੇ ਚਿੱਟੇ ਰੂਪ 'ਚ ਸਾਹਮਣੇ ਆ ਰਿਹਾ। ਤਾਂ ਉਹ ਸੁਪਰੀਮ ਕੋਰਟ ਨੂੰ ਪਿੰਜਰੇ ਦਾ ਤੋਤਾ ਬਣਾ ਚੁੱਕੇ ਆ। ਉਹ CBI ਨੂੰ ਜਦੋਂ ਵੀ ਕਿਸੇ ਵਿਰੋਧੀ ਨੂੰ ਡਰਾਉਣਾ ਹੁੰਦਾ ਤਾਂ ਉਹਦੀਆਂ ਘਰਾਂ ਦੇ ਵਿੱਚ ਰੇਡਾਂ ਪਰਵਾ ਦਿੰਦੇ ਆ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਹੱਥੋਂ ਜਿਹੜੀਆਂ ਰੇਡਾਂ ਪਰਵਾ ਦਿੰਦੇ ਹੈਗੇ ਆ। ਮਤਲਬ ਕਿ ਉਹਨਾਂ ਦੇ ਹੱਥ 'ਚ ਜਿਹੜੀ ਇੱਕ ਸਟੇਟ ਨਾਮ ਦੀ ਚੀਜ਼ ਆ, ਸੁਪਰੀਮ ਕੋਰਟ, ਫੌਜ ਆ, ਅਦਾਲਤਾਂ, ਜੇਲ੍ਹਾਂ ਹੈਗੀਆਂ, ਜਿਸ ਤਰੀਕੇ ਨਾਲ ਉਹ ਘੱਟ ਗਿਣਤੀ ਹੁੰਦੇ ਹੋਏ ਵੀ ਬਹੁ ਗਿਣਤੀ ਦੇ ਜਿਹੜਾ ਆਪਦਾ ਹਿੰਦੂ ਰਾਸ਼ਟਰ ਦਾ ਏਜੰਡਾ ਉਹਨੂੰ ਲਾਗੂ ਕਰਨਗੇ। ਜਿੱਦਾਂ ਹੁਣ ਦੇਸ਼ ਦਾ ਸਿਸਟਮ ਚੱਲਦਾ, ਜੇਕਰ ਅਖੰਡ ਭਾਰਤ ਬਣਾਉਂਦੇ ਆ ਤਾਂ ਉਮੀਦ ਆ ਕਿ ਇਸ ਤਰ੍ਹਾਂ ਨਹੀਂ ਚੱਲਣਾ, ਹੈ ਨਾ, ਉਹ ਬਦਲਾਅ ਕਰਨ ਕਿਸੇ ਵਿੱਚ। ਤਾਂ ਕਿਹੋ ਜਿਹਾ ਪੋਲੀਟੀਕਲ ਸਟਰਕਚਰ ਹੋਊ, ਕੀ ਬਦਲਾਅ ਹੋ ਸਕਦਾ ਹੈ, ਕਿੱਦਾਂ ਦਾ ਅਖੰਡ ਭਾਰਤ ਹੋਊਗਾ? ਮੋਹਨ ਭਾਗਵਤ ਦਾ ਇੱਕ ਇਹ ਵੀ ਬਿਆਨ ਆ ਨਾਲ ਹੀ ਕਿ ਉਹ ਕਹਿੰਦੇ ਵੀ ਭਾਰਤ ਦੇ ਵਿੱਚ ਅਸੀਂ ਮੁਕੰਮਲ ਕਰ ਲਿਆ ਆਪਦਾ ਕੰਮ। ਹਾਲਾਂਕਿ ਗਰਾਊਂਡ ਰਿਐਲਿਟੀ ਆਪਾਂ ਦੇਖੀਏ ਕਿ ਇਹਨਾਂ ਨੂੰ ਬਹੁਤ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈ ਰਿਹਾ, ਪਰ ਉਹ ਐਲਾਨੀਆਂ ਕਹਿ ਚੁੱਕੇ ਆ ਵੀ ਅਸੀਂ ਹਿੰਦੁਸਤਾਨ ਦੇ ਵਿੱਚ ਜਿਹੜਾ ਹਿੰਦੂ ਰਾਸ਼ਟਰ ਦਾ ਏਜੰਡਾ ਇਹਨੂੰ ਲਾਗੂ ਕਰ ਚੁੱਕੇ ਆ। ਕਿਸ ਤਰ੍ਹਾਂ ਲਾਗੂ ਕਰ ਚੁੱਕੇ ਆ? ਆਪਾਂ ਦੇਖੀ ਕਿ ਪਿਛਲੇ ਕੁਝ ਕੁ ਦਿਨਾਂ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਇਹਨਾਂ ਨੇ ਅੰਜਾਮ ਦਿੱਤਾ। ਜਿਵੇਂ ਚੰਡੀਗੜ੍ਹ ਦੇ ਵਿੱਚ ਜਿਹੜੇ ਮੁਲਾਜ਼ਮ ਕੰਮ ਕਰਦੇ ਉਹਨਾਂ ਦੇ ਕੇਂਦਰੀ ਨਿਯਮ ਲਾਗੂ ਕਰਨ ਦਾ ਫੈਸਲਾ ਸੁਣਾਤਾ। ਜਿਹੜੇ ਵਾਹਨ ਆ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ, ਜਿਹਦੇ ਵਿੱਚ ਇੱਕੋ ਤਰ੍ਹਾਂ ਦੇ ਜਿਹੜੇ ਨੰਬਰ ਆ, ਜਿਹਦੇ ਵਿੱਚ ਭਾਰਤ ਲਿਖਿਆ ਹੋਊਗਾ, ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਇਹ ਕਰਦੇ ਪਏ ਆ। ਡੈਮ ਸੇਫਟੀ ਐਕਟ ਲਿਆ ਕੇ ਜਿਹੜੇ ਦਰਿਆਈ ਪਾਣੀ ਉਹਨਾਂ ਦਾ ਕੇਂਦਰੀਕਰਨ ਕਰਕੇ ਸੂਬਿਆਂ ਦਾ ਅਧਿਕਾਰ ਖੋਹਣ ਦੀ ਉਹ ਕੋਸ਼ਿਸ਼ ਕਰ ਰਹੇ ਆ। ਬਿਜਲੀ ਸੋਧ ਬਿੱਲ 2020 ਲਿਆ ਕੇ, ਜਿਸ ਤਰ੍ਹਾਂ ਪਹਿਲਾਂ ਸੀਗਾ ਵੀ 2 ਰੈਗੂਲੇਟਰੀ ਅਥਾਰਟੀਆਂ ਕੰਮ ਕਰਦੀਆਂ ਸੀਗੀਆਂ ਬਿਜਲੀ ਖੇਤਰ ਦੇ ਵਿੱਚ, ਇੱਕ ਕੇਂਦਰੀ ਤੇ ਇੱਕ ਸੂਬੇ ਦੀ, ਨਵਾਂ ਬਿਜਲੀ ਸੋਧ ਬਿੱਲ ਲਿਆ ਕੇ ਉਹ 'ਚ ਕੋਸ਼ਿਸ਼ ਆ ਵੀ ਇਕੱਲੇ ਕੇਂਦਰੀ ਅਥਾਰਟੀ ਦੇ ਫੈਸਲੇ ਹੀ ਲਾਗੂ ਹੋਣ ਤੇ ਹੌਲੀ ਪਾਣੀ ਜਿਹੜੇ ਆ ਕਾਰਪੋਰੇਟ ਨੂੰ ਦਿੱਤਾ ਜਾਵੇ। ਇਹ ਜਿਹੜੇ ਕੁਛ ਕੁ ਇਹਨਾਂ ਨੇ ਫੈਸਲੇ ਲਏ ਆ, ਇਹ ਦਿਖਾਉਣ ਦੀ ਤਾਂ ਕੋਸ਼ਿਸ਼ ਕਰ ਰਿਹਾ ਵੀ ਅਸੀਂ ਆਪਦਾ ਲਾਗੂ ਏਜੰਡਾ ਜਿਹੜਾ ਉਹ ਪੂਰੇ ਤਰੀਕੇ ਨਾਲ ਲਾਗੂ ਉਹ ਕਰ ਲਿਆ। ਪਰ ਆਪਾਂ ਦੇਖਦੇ ਹਾਂ ਵੀ ਪਿਛਲੇ ਦਿਨੀ ਰਾਮਨੌਮੀ ਦੇ ਤਿਉਹਾਰ ਤੇ ਜਿਸ ਤਰ੍ਹਾਂ ਨੇ ਦੰਗੇ ਫਸਾਦ ਕਰਵਾਏ ਆ, ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਸਾਡੇ ਤੋਂ ਵੱਡਾ ਹੁਣ ਕੋਈ ਨਹੀਂਗਾ। ਜੇ ਇੱਥੇ ਰਹਿਣਾ ਤਾਂ ਹਿੰਦੂ ਬਣ ਕੇ ਰਹਿਣਾ ਪਊਗਾ, ਜੇ ਕਿਸੇ ਨੇ ਸਾਹ ਲੈਣਾ ਤਾਂ ਜਿਵੇਂ ਅਸੀਂ ਕਵਾਂਗੇ ਉਵੇਂ ਉਹਨਾਂ ਨੂੰ ਸਾਹ ਲੈਣ ਦੀ ਇਜਾਜ਼ਤ ਦਿੱਤੀ ਜਾਊਗੀ। ਇਸੇ ਕਰਕੇ ਕਿ ਉਹਨਾਂ ਨੇ ਹੈਰਾਨ ਪਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ, ਜਿਸ ਤਰ੍ਹਾਂ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਇਹ ਤਾਂ ਸੁਣਦੇ ਸੀ ਵੀ ਕਤਲੇਆਮ ਕਰਤਾ, ਕਿਸੇ ਨੇ ਗਾਂ ਵੱਢ ਕੇ ਰੱਖੀ ਹੋਈ ਹੈ ਇਹਦੇ ਨਾਮ ਤੇ ਕਿਸੇ ਮੁਸਲਮਾਨ ਨੂੰ ਮਾਰਤਾ, ਦੰਗੇ ਫਸਾਦ ਕਰਵਾਤੇ, ਕਤਲੇਆਮ ਕਰਵਾਤਾ। ਪਰ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਇੱਕ ਮੁਸਲਿਮ ਪਰਿਵਾਰ ਦੇ ਘਰ ਨੂੰ ਬੁਲਡੋਜ਼ਰ ਨਾਲ ਉਹਨੇ ਢਾਉਣ ਦੀ ਕੋਸ਼ਿਸ਼ ਕੀਤੀ ਆ, ਇਹ ਕਹਿ ਕੇ ਕਿ ਰਾਮਨੌਮੀ ਦੇ ਤਿਉਹਾਰ ਤੇ ਜਿਹੜੀ ਪੱਥਰਬਾਜ਼ੀ ਹੋਈ ਆ, ਉਹ ਉੱਥੇ ਪੱਥਰਾਂ ਦਾ ਢੇਰ ਸੀਗਾ ਤੇ ਉਹਨੂੰ ਪੱਧਰ ਕਰਨ ਵਾਸਤੇ ਅਸੀਂ ਉੱਥੇ ਬੁਲਡੋਜ਼ਰ ਚਲਾਇਆ ਤੇ ਸ਼ਰੇਆਮ ਮਸਜਿਦਾਂ ਦੇ ਵਿੱਚ ਭਗਵੇਂ ਝੰਡੇ ਲਹਿਰਾਉਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਨੂੰ ਨਮਾਜ਼ ਜਿਹੜੀ ਬੰਦ ਕਰਨ ਵਾਸਤੇ ਉਹਨਾਂ ਨੇ ਧਮਕੀ ਦਿੱਤੀ। ਇਹ ਜਿਹੜੀਆਂ ਘਟਨਾਵਾਂ ਹੈਗੀਆਂ, ਇਹ ਇੱਕ ਤਰੀਕੇ ਨਾਲ ਮੋਹਨ ਭਾਗਵਤ RSS ਜਿਸ ਤਰ੍ਹਾਂ ਦਾ ਬਿਆਨ ਹੈਗਾ ਵੀ ਇਹਨੂੰ ਅਸੀਂ ਭਾਰਤ ਦੇ ਵਿੱਚ ਮੁਕੰਮਲ ਕਰ ਚੁੱਕੇ ਹਾਂ। ਹੁਣ ਅਗਲਾ ਜਿਹੜਾ ਸਾਡਾ ਏਜੰਡਾ ਹੈਗਾ ਉਹ ਅਖੰਡ ਭਾਰਤ ਦਾ, ਔਰ ਅਖੰਡ ਭਾਰਤ ਦੇ ਵਿੱਚ ਹੋਊਗਾ ਕਿ ਇਹਨਾਂ ਦਾ ਇੱਕ ਰਣਨੀਤਿਕ ਉਦੇਸ਼ ਆ, ਜਿਹਦੇ ਵਿੱਚ ਇਹ ਕਹਿੰਦੇ ਆ ਕਿ ਅਸੀਂ ਇੱਥੇ ਜਿਹੜੀਆਂ ਵੱਖ-ਵੱਖ ਨਸਲੀ ਘੱਟ ਗਿਣਤੀਆਂ ਹੈਗੀਆਂ ਉਹਨਾਂ ਨੂੰ ਖਤਮ ਕਰਕੇ ਇੱਕੋ ਆਰੀਅਨ ਤਰ੍ਹਾਂ ਦਾ ਮੁਲਕ ਭਾਰਤ ਨੂੰ ਜਾਂ ਅਖੰਡ ਭਾਰਤ ਕਹਿ ਲਈਏ ਉਹਨੂੰ ਬਣਾਵਾਂਗੇ।
ਜਿਹੜੀਆਂ ਧਾਰਮਿਕ ਘੱਟ ਗਿਣਤੀਆਂ ਹੈਗੀਆਂ ਉਹਨਾਂ ਨੂੰ ਜਾਂ ਤਾਂ ਉਹ ਖਤਮ ਕਰਨਗੇ, ਜਿਵੇਂ ਮੁਸਲਮਾਨਾਂ ਨੂੰ ਈਸਾਈਆਂ ਨੂੰ ਕਹਿ ਰਹੇ ਆ, ਤੇ ਜਿਹੜੇ ਸਿੱਖ ਆ ਉਹਨਾਂ ਨੂੰ ਕਹਿੰਦੇ ਵੀ ਇਹ ਤਾਂ ਸਾਡੇ ਹੀ ਆ, ਸਾਡੇ ਵਿੱਚੋਂ ਨਿਕਲ ਕੇ ਗਏ ਤੇ ਇਹਨਾਂ ਨੂੰ ਅਸੀਂ ਅੰਦਰ ਸਮੋ ਲੈਣਾ। ਖਤਮ ਕਰਨ ਦੀ ਤੇ ਆਪਦੇ ਵਿੱਚ ਜਜ਼ਬ ਸਮਾਉਣ ਦੀ ਜਿਹੜੀ ਪ੍ਰਕਿਰਿਆ ਚਲਾ ਕੇ ਉਹਨਾਂ ਨੇ ਜਿਹੜੀਆਂ ਘੱਟ ਗਿਣਤੀਆਂ ਨੂੰ ਖਤਮ ਕਰਕੇ ਇਹਨੂੰ ਇੱਕ ਹਿੰਦੂ ਰਾਸ਼ਟਰ ਦਾ ਜਿਹੜਾ ਉਹ ਨਾਮ ਦੇਣਾ। ਫਿਰ ਇੱਥੇ ਜਿਹੜੀ ਵੰਨ ਸੁਵੰਨਤਾ ਪਹਿਲਾਂ ਸਾਡੇ ਦੇਸ਼ ਦੇ ਵਿੱਚ ਹੀ ਆ, ਫਿਰ ਜਿਹੜੇ ਬਾਕੀ ਸੂਬੇ ਦੇਸ਼ਾਂ ਨੂੰ ਨਾਰ ਲਾਉਣ ਦੀ ਕੋਸ਼ਿਸ਼ ਕਰਦੇ ਉੱਥੇ ਤਾਂ ਹੋਰ ਵੀ ਵੰਨ ਸੁਵੰਨਤਾ ਹੈਗੀ ਆ, ਜਿਨ੍ਹਾਂ ਦੀ ਬੋਲੀ ਸਾਡੇ ਨਾਲ ਬਿਲਕੁਲ ਵੱਖਰੀ ਹੈ, ਕਲਚਰ ਸਾਡੇ ਨਾਲ ਬਿਲਕੁਲ ਵੱਖਰਾ ਹੈਗਾ। ਜਿਸ ਤਰ੍ਹਾਂ ਸਾਡੇ ਦੇਸ਼ 'ਚ ਕੋਸ਼ਿਸ਼ ਕਰ ਰਹੇ ਆ ਉਸੇ ਤਰ੍ਹਾਂ ਹੀ ਉਹਨਾਂ ਦੇਸ਼ਾਂ ਦੀ ਵੰਨ ਸੁਵੰਨਤਾ, ਉਹਨਾਂ ਦੀ ਬੋਲੀ, ਉਹਨਾਂ ਦੀ ਭਾਸ਼ਾ, ਉਹਨਾਂ ਦਾ ਕਲਚਰ ਜਿਹੜਾ ਉਹਨੂੰ ਮਲੀਆਮੇਟ ਕਰਕੇ ਇੱਕੋ ਤਰ੍ਹਾਂ ਦਾ ਕਲਚਰ ਜਿਹੜਾ ਇਹਨਾਂ ਦੇ ਹਿੰਦੂ ਰਾਸ਼ਟਰ ਦੇ ਫਿੱਟ ਬੈਠਦਾ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ। ਇਹ ਤੋਂ ਵੀ ਅੱਗੇ ਸਭ ਤੋਂ ਵੱਡਾ ਆਮ ਮਾਨਵੀ ਜਿਹੜਾ ਸਮਾਜ ਨੂੰ ਚਲਾਉਣ ਦਾ ਤਰੀਕਾ ਹੈਗਾ ਉਹ ਆ ਕਿ ਇਹਨਾਂ ਦਾ ਮਨੂ ਸਮ੍ਰਿਤੀ ਜਿਹੜੀ ਕਹਿੰਦੀ ਹੈ ਕਿ ਜਿਹੜਾ ਸਮਾਜ ਆ ਉਹ 4 ਵਰਨਾਂ ਦੇ ਵਿੱਚ ਵੰਡਿਆ ਜਾਊਗਾ। ਇਹਨੂੰ ਇਸ ਤਰ੍ਹਾਂ ਚਲਾਵਾਂਗੇ ਅਸੀਂ ਜਿਹ 'ਚ ਬ੍ਰਾਹਮਣ, ਕਸ਼ਤਰੀ, ਵੈਸ਼ ਤੇ ਸ਼ੂਦਰ ਸਭ ਤੋਂ ਥੱਲੇ ਪੈਰਾਂ 'ਚ ਰੱਖੇ ਜਾਣਗੇ, ਤੇ ਜਿਹੜਾ ਅਖੰਡ ਭਾਰਤ ਆ ਉਹਦੇ ਵਿੱਚ ਵੀ ਇਹੀ ਜਿਹੜਾ ਉਹਦਾ ਫਿੱਟ ਕਰਨਗੇ। ਇਸੇ ਤਰੀਕੇ ਨਾਲ ਹੀ ਉਹ ਅਖੰਡ ਭਾਰਤ ਨੂੰ ਜਿਹੜੀ ਚਲਾਉਣ ਦੀ ਆ ਉਹ ਕੋਸ਼ਿਸ਼ ਕਰਨਗੇ, ਜਿਹਦੇ ਵਿੱਚ ਮਨੁੱਖਤਾ ਦਾ ਬਹੁਤ ਵੱਡੇ ਤੇ ਜਿਹੜਾ ਉਹ ਘਾਣਾ ਕੀਤਾ ਜਾਊਗਾ। ਸੋ ਆਪਾਂ ਥੋੜੀ ਜਿਹੀ ਗੱਲ ਤਾਂ ਇਸ 'ਤੇ ਆਈ ਹੈ ਕਿ ਉਹ ਕਿਸ ਤਰੀਕੇ ਨਾਲ ਆਪਣਾ ਕੰਮ ਕਰਨਗੇ, ਕਿ ਕੁਛ ਕੁ ਨੂੰ ਮਾਰਨ ਦੀ ਨੀਤੀ ਨਾਲ, ਕੁਛ ਕੁ ਨੂੰ ਸਮਾਉਣ ਦੀ ਨੀਤੀ ਨਾਲ ਕਰ ਸਕਦੇ ਆ। ਇਸੇ ਵਿੱਚੋਂ ਮੈਨੂੰ ਲੱਗਦਾ ਜਿਹੜਾ ਮੁਸਲਮਾਨਾਂ ਦੇ ਕਤਲੇਆਮ ਹੋ ਰਿਹਾ, ਤਾਂ ਇਸ ਤੋਂ ਬਿਨਾਂ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਉਹ ਕੰਮ ਕਰਦੇ, ਤੇ ਪੰਜਾਬ ਦੇ ਲੋਕਾਂ ਨੂੰ ਜਾਂ ਕਿ ਪੂਰੇ ਭਾਰਤ ਦੇ ਲੋਕਾਂ ਨੂੰ ਹੀ ਕਿਸ ਤਰੀਕੇ ਨਾਲ ਉਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ, ਕਿਸ ਤਰੀਕੇ ਨਾਲ ਲੜਨਾ ਚਾਹੀਦਾ? ਪੰਜਾਬ ਦੇ ਵਿੱਚ RSS ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ। ਇੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਸੰਪਰਦਾਵਾਂ ਚਲਾਈਆਂ ਜਾ ਰਹੀਆਂ ਸਿੱਖ ਧਰਮ ਦੇ ਬਰਾਬਰ। ਸਿੱਖ ਫਿਲਾਸਫੀ ਨੂੰ, ਸਿੱਖ ਵਿਚਾਰਧਾਰਾ ਨੂੰ, ਸਿਆਸਤ ਨੂੰ ਢਾਹ ਲਾਉਣ ਵਾਸਤੇ ਇੱਥੇ ਉਹਦੇ ਬਰਾਬਰ ਤੇ ਸੰਪਰਦਾਵਾਂ ਖੜੀਆਂ ਕੀਤੀਆਂ ਹੋਈਆਂ, ਜਿਵੇਂ ਨਿਰੰਕਾਰੀ ਸੰਪਰਦਾ ਹੈਗੀ ਆ, ਨਾਨਕਸਰ ਵਾਲਿਆਂ ਦੀ ਹੈਗੀ ਆ, ਫਿਰ ਰਾਧਾ ਸਵਾਮੀ ਵਾਲੇ ਆ ਗਏ, ਫਿਰ ਸਰਸੇ ਵਾਲੇ ਆ ਗਏ। ਮਤਲਬ ਵਿੱਚ ਵੜ ਕੇ ਉਹ ਕੰਮ ਇਹਨਾਂ ਜਿਵੇਂ ਆਪਾਂ ਕਹੀਏ ਵੀ ਕਿਸੇ ਧਰਮ ਨੂੰ, ਕਿਸੇ ਵਿਚਾਰਧਾਰਾ ਨੂੰ ਜੇ ਤੁਸੀਂ ਢਾਹ ਲਾਉਣੀ ਆ ਤਾਂ ਉਹਦੇ ਧਰਾਤਲ ਤੇ ਖੜ ਕੇ ਬਹੁਤ ਬਾਖੂਬੀ ਤਰੀਕੇ ਨਾਲ ਲਾਈ ਜਾ ਸਕਦੀ ਹੈ। ਜਿਵੇਂ ਸਿੱਖੀ ਦੇ ਧਰਾਤਲ ਤੇ ਖੜ ਕੇ ਸਿੱਖੀ ਨੂੰ ਢਾਹ ਲਾਉਣ ਦੀ RSS ਕੋਸ਼ਿਸ਼ ਕਰ ਰਹੀ ਆ। ਰਾਸ਼ਟਰੀ ਸਿੱਖ ਸੰਗਤ ਬਣਾਈ ਹੋਈ ਹੈ, ਸਿੱਖਾਂ ਦੇ ਨਾਮ ਤੇ ਜਥੇਬੰਦੀ ਬਣਾਈ ਹੋਈ ਹੈ। ਪੱਗਾਂ ਬੰਨੀਆਂ ਵਾਲਿਆਂ ਨੂੰ ਸ਼ਿਖਾਵਾਂ ਲਵਾਈਆਂ ਜਾਂਦੀਆਂ ਪਾਰਕਾਂ ਦੇ ਵਿੱਚ। RSS ਵਿੱਚ ਵੜ ਕੇ ਬੈਠ ਕੇ ਜਿਹੜਾ ਉਹਨਾਂ ਤੇ ਆ ਉਹ ਅਟੈਕ ਆ। ਖਾਸ ਕਰਕੇ ਆ ਪਿਛਲੇ ਦਿਨਾਂ 'ਚ ਘਟਨਾਵਾਂ ਆਈਆਂ। ਕੱਲ੍ਹ ਹੀ ਇੱਕ ਖਬਰ ਆ ਰਹੀ ਸੀ ਕਿ ਇੱਕ ਗੁਰਦੁਆਰੇ ਦੇ ਵਿੱਚ ਜਿਹੜਾ ਉਹਨਾਂ ਨੇ, ਦਿੱਲੀ ਦਾ ਇੱਕ ਗੁਰਦੁਆਰਾ, ਉਹਦੇ ਵਿੱਚ ਉਹਨਾਂ ਨੇ ਹਵਨ ਪੂਜਾ ਕਰਵਾਈ ਆ। ਗੁਰਦੁਆਰੇ ਦੇ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਉੱਥੇ ਹੀ ਉਹਨਾਂ ਨੇ ਹਵਨ ਪੂਜਾ ਕਰਵਾਈ ਹੈ। ਪੰਜਾਬ ਜੀ ਵਿੱਚ ਮੇਰਾ ਖਿਆਲ ਆ ਅੰਮ੍ਰਿਤਸਰ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿੱਥੇ ਉਹਨਾਂ ਨੇ ਭਗਵੇਂ ਝੰਡੇ ਲਹਿਰਾਏ ਆ ਤੇ ਉਹਨਾਂ ਨੇ ਮੂਰਤੀ ਪੂਜਾ ਕਰਨ ਦੀ ਕੋਸ਼ਿਸ਼ ਕੀਤੀ ਆ। ਫਿਰੋਜ਼ਪੁਰ ਵਿੱਚ ਵੀ ਇੱਥੇ ਹੋਇਆ। ਬਿਲਕੁਲ ਇਸ ਤਰੀਕੇ ਨਾਲ RSS ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ। ਤੇ RSS ਨੇ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਜਿਹੜਾ ਸਰਸਾ ਉਹ ਭਾਜਪਾ ਦੇ ਵਿੱਚ ਚਲਾ ਗਿਆ, ਠੀਕ ਹੈ, ਭਾਜਪਾ ਦੇ ਵਿੱਚ ਚਲਾ ਗਿਆ, ਪਹਿਲਾਂ ਹੀ ਉਹ ਭਾਜਪਾ ਦਾ ਬੰਦਾ ਸੀ, ਤੇ ਦਿੱਲੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਇੱਕ ਤਰੀਕੇ ਨਾਲ ਭਾਜਪਾ ਨੇ ਆਪਦੇ ਹਾਈਜੈਕ ਕਰ ਲਈ ਆ। ਪੰਜਾਬ ਦੇ ਵਿੱਚ ਵੀ ਕਹਿਣ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਆ, ਪਰ ਉੱਥੋਂ ਦਾ ਜਿਹੜਾ ਹਰਪ੍ਰੀਤ ਸਿੰਘ ਜਥੇਦਾਰ ਆ ਉਹਦੇ ਹੁਕਮਨਾਮੇ, ਉਹਦੇ ਫੈਸਲੇ, ਉਹਦੇ ਹਰ ਤਰ੍ਹਾਂ ਦੀ ਜਿਹੜੀ ਗਤੀਵਿਧੀ ਹੈਗੀ ਆ ਉਹਨੂੰ ਸੰਘ ਪਰਿਵਾਰ ਚੰਗੇ ਤਰੀਕੇ ਨਾਲ ਪ੍ਰਭਾਵਿਤ ਕਰ ਰਿਹਾ, ਤੇ ਖੂਬ ਉਹਦੇ ਅਕੋਰਡਿੰਗਲੀ ਜਿਹੜੇ ਆ ਉਹ ਪਿਛਲੇ ਸਮੇਂ 'ਚ ਉਹਨਾਂ ਬਿਆਨ ਜਿਹੜੇ ਉਹ ਦਾਗੇ ਆ। ਇਸ ਤਰੀਕੇ ਨਾਲ RSS ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕਹੀਏ ਵੀ RSS ਨੇ ਸਿੱਖਾਂ ਨੂੰ ਮਲੀਆਮੇਟ ਕਰਨਾ, ਇਹਨੂੰ ਆਪਾਂ ਇੱਕ ਪੰਜਾਬੀ ਸੂਬੇ ਦੇ ਤੌਰ ਤੇ ਦੇਖੀਏ, ਇਹਨੂੰ ਮਲੀਆਮੇਟ ਕਰਨ ਵਾਸਤੇ ਪਹਿਲਾਂ ਹੀ ਉਹ ਫੈਸਲੇ ਲੈ ਚੁੱਕਿਆ। ਜਿਵੇਂ ਮੈਂ ਪਹਿਲਾਂ ਹੀ ਕਿਹਾ, ਚੰਡੀਗੜ੍ਹ ਦੇ ਵਿੱਚ ਕੇਂਦਰੀ ਨਿਯਮ ਲਾਗੂ ਕਰਨੇ, ਬਿਜਲੀ ਸੋਧ ਬਿੱਲ ਲਿਆਉਣੀ, ਡੈਮ ਸੇਫਟੀ ਐਕਟ ਲਿਆਉਣਾ, ਇਹ ਕਈ ਤਰੀਕੇ ਨਾਲ ਪੰਜਾਬ ਤੇ ਜਿਹੜਾ ਅਟੈਕ ਉਹ ਆਪਦਾ ਵਿੱਢ ਚੁੱਕੇ ਆ। ਤੇ ਪਹਿਲਾਂ ਵੀ ਮੈਂ ਗੱਲ ਕਹੀ ਆ ਵੀ ਸਿੱਖਾਂ ਨੂੰ ਤਾਂ ਉਹਨਾਂ ਨੇ ਆਪਦੇ ਅੰਦਰ ਹੀ ਸਮਾਉਣਾ, ਵੀ ਇਹ ਤਾਂ ਸਾਡੇ 'ਚੋਂ ਹੀ ਨਿਕਲ ਕੇ ਗਏ ਹੋਏ ਆ, ਇਹਨਾਂ ਦੇ ਅਸੀਂ ਘਰ ਵਾਪਸੀ ਕਰਵਾਉਣੀ ਆ। ਇਸ ਏਜੰਡੇ ਤੇ ਉਹ ਪੂਰੀ ਰਫ਼ਤਾਰ ਦੇ ਨਾਲ ਆਪਦਾ ਕੰਮ ਕਰ ਰਹੇ ਆ। ਬਹੁਤ ਸਾਰੀਆਂ ਚੁਣੌਤੀਆਂ ਨੇ ਜੀ ਲੋਕਾਂ ਅੱਗੇ, ਤਾਂ ਇਹਨਾਂ ਚੁਣੌਤੀਆਂ ਨੂੰ ਹੱਲ ਕਿਵੇਂ ਕੀਤਾ ਜਾ ਸਕਦਾ, ਕਿਸ ਤਰੀਕੇ ਨਾਲ ਲੜਿਆ ਜਾ ਸਕਦਾ? ਹੱਲ ਇੱਕੋ ਤਰੀਕੇ ਨਾਲ ਹੀ ਕੀਤਾ ਜਾ ਸਕਦਾ ਕਿ ਜਿੰਨੇ ਵੀ ਤਰ੍ਹਾਂ ਦੇ ਲੋਕਾਂ ਤੇ ਅਟੈਕ RSS ਦਾ, ਉਹਨਾਂ ਨਾਲ ਸਾਰਿਆਂ ਨੂੰ ਇੱਕ ਥਾਂ ਤੇ ਇਕੱਠੇ ਹੋਣਾ ਪਊਗਾ। ਖੇਤੀ ਕਾਨੂੰਨਾਂ ਨੇ ਵੀ ਸਾਨੂੰ ਇੱਕ ਥਾਂ ਤੇ ਇਕੱਠੇ ਕੀਤਾ ਤੇ ਅਸੀਂ ਉਹਨਾਂ ਨੂੰ ਰੋਕ ਪਾਈ ਆ। ਇਸ ਅਟੈਕ ਨੂੰ ਵੀ ਰੋਕਣ ਵਾਸਤੇ ਸਾਰਿਆਂ ਨੂੰ ਇੱਕ ਥਾਂ ਤੇ ਮੁੜ ਇਕੱਠੇ ਹੋਣਾ ਪਊਗਾ, ਚਾਹੇ ਉਹ ਸਿੱਖ ਆ, ਮੁਸਲਮਾਨ ਆ, ਈਸਾਈ ਆ, ਬੋਧੀ, ਜੈਨੀ ਆ, ਕਾਮਰੇਡ ਆ, ਦਲਿਤ ਆ, ਕੋਈ ਵੀ ਆ, ਉਹਨਾਂ ਸਾਰਿਆਂ ਨੂੰ, ਕਿਉਂਕਿ ਸਾਰਿਆਂ ਤੇ RSS ਦਾ ਅਟੈਕ ਆ, ਇਕੱਠੇ ਹੋਣਾ ਪਊਗਾ। ਪਰ ਜਿਹੜੀ ਚਿੰਤਾ ਦਾ ਵਿਸ਼ਾ ਉਹ ਇਹ ਆ ਕਿ ਕਿਤੇ ਨਾ ਕਿਤੇ ਮੁਸਲਿਮ ਆਬਾਦੀ ਦੇ ਵਿੱਚ ਇਹ ਇੱਕ ਸਹਿਮ ਦੀ ਭਾਵਨਾ, ਜਿਸ ਤਰੀਕੇ ਨਾਲ ਸੰਗ ਚੜ੍ਹ ਕੇ ਆਇਆ, ਨੈਚੁਰਲ ਵੀ ਆ ਕਿ ਉਹ ਡਰੇ ਹੋਏ ਆ, ਕਿਤੇ ਨਾ ਕਿਤੇ ਉਹ ਅੰਦਰ ਵੜ ਜਾਂਦੇ ਆ,
ਥੋੜਾ ਰਿਐਕਸ਼ਨ ਦੇਖਣ ਨੂੰ ਮਿਲਦਾ ਤੇ ਉਦੋਂ ਬਾਅਦ ਉਹ ਚੁੱਪ ਕਰ ਜਾਂਦੇ ਆ। ਅਸੀਂ ਉਹਨਾਂ ਨੂੰ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਾਂਗੇ, ਇਕੱਲੇ ਮੁਸਲਮਾਨ ਨਹੀਂ, ਭਾਵੇਂ ਸਿੱਖ ਆ, ਪੰਜਾਬ ਤੋਂ ਬਿਨਾਂ ਕਿਸੇ ਹੋਰ ਭਾਰਤ ਦੇ ਕੋਨੇ ਦੇ ਵਿੱਚ ਵਸਦੇ ਆ, ਜਿਨ੍ਹਾਂ 'ਚ ਸਹਿਮ ਦਾ ਡਰ ਦਾ ਮਾਹੌਲ ਆ, ਉਹਨਾਂ ਨੂੰ ਅਸੀਂ ਇਹ ਕਹਿਣਾ ਚਾਹਾਂਗੇ ਕਿ ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ। ਘੱਟੋ ਘੱਟ ਪੰਜਾਬ ਦੇ ਮੁਸਲਮਾਨ ਨੂੰ ਡਰਨ ਦੀ ਕੋਈ ਲੋੜ ਨਹੀਂਗੀ। ਪੰਜਾਬ ਉਹਨਾਂ ਦੇ ਨਾਲ ਖੜਾ। ਜੇ ਪੰਜਾਬ ਦੇ ਮੁਸਲਮਾਨਾਂ ਦੇ ਕਿਸੇ ਵੀ ਤਰ੍ਹਾਂ ਦੀ ਆਂਚ ਆਉਂਦੀ ਆ ਤਾਂ ਇੱਕ ਪੰਜਾਬੀ ਹੋਣ ਦੇ ਨਾਤੇ ਮੁਸਲਮਾਨ ਵੀ ਸੋਚ ਕੇ ਬਾਹਰ ਆਉਣ ਘਰਾਂ ਤੋਂ, ਤੇ ਪੰਜਾਬ ਦਾ ਕੱਲਾ ਕੱਲਾ ਬੱਚਾ, ਬਜ਼ੁਰਗ, ਨੌਜਵਾਨ, ਔਰਤ ਉਹਨਾਂ ਮੁਸਲਮਾਨ ਭਾਈਚਾਰੇ ਦੇ ਨਾਲ ਖੜਾ। ਪਹਿਲਾਂ ਵੀ ਖੜੇ ਆ, ਮਲੇਰਕੋਟਲੇ 'ਚ ਬਹੁਤ ਵੱਡੇ ਵੱਡੇ NRC ਦੇ ਖਿਲਾਫ ਮੁਜ਼ਾਹਰੇ ਵੀ ਕੱਢੇ ਆ। ਅਸੀਂ ਉਹ ਕਹਿਣਾ ਚਾਹਾਂਗੇ ਕਿ ਡਰਨ ਦੀ, ਸਹਿਮ 'ਚ ਰਹਿਣ ਦੀ ਲੋੜ ਨਹੀਂ। RSS ਸੰਘ ਦਾ ਇਹ ਏਜੰਡਾ ਕਿ ਤੁਸੀਂ ਡਰ ਕੇ ਸਹਿਮ ਕੇ ਬੈਠ ਜਾਓ। ਅਸੀਂ ਤੁਹਾਡੇ ਨਾਲ ਆ। ਸਾਨੂੰ ਇਹਨਾਂ ਦਾ ਤਕੜੇ ਰੂਪ ਦੇ ਵਿੱਚ ਵਿਰੋਧ ਕਰਨ ਵਾਸਤੇ ਨਿੱਤਰ ਕੇ ਮੈਦਾਨ 'ਚ ਆਉਣਾ ਚਾਹੀਦਾ। ਪੰਜਾਬ ਦੇ ਮੁਸਲਮਾਨਾਂ ਨਾਲ ਪੰਜਾਬ ਡਟ ਕੇ ਖੜਾ। ਸਿੱਖ ਜਿੱਥੇ ਵੀ ਪੰਜਾਬ ਤੋਂ ਬਿਨਾਂ ਭਾਰਤ ਦੇ ਜਿਹੜੇ ਵੀ ਕੋਨੇ 'ਚ ਵਸਦੇ ਆ, ਪੰਜਾਬ ਉਹਨਾਂ ਦੇ ਨਾਲ ਡਟ ਕੇ ਖੜਾ। ਅਸੀਂ ਤਾਂ ਕਹਾਂਗੇ ਪੂਰੇ ਦੇਸ਼ ਦਾ ਕਿਰਤੀ ਜਿਹੜਾ ਵਰਗ ਆ, ਉਹ ਇਹਨਾਂ ਘੱਟ ਗਿਣਤੀਆਂ ਨਾਲ ਜਿਹੜੀਆਂ ਦਬਾਈਆਂ ਜਾ ਰਹੀਆਂ, ਡਟ ਕੇ ਖੜਾ। ਡਰਨ ਦੀ ਲੋੜ ਨਹੀਂ। ਆਓ ਇਹਨਾਂ ਦੇ ਖਿਲਾਫ ਲੜੀਏ ਤੇ ਇਹਨਾਂ ਦਾ ਜਿਹੜਾ ਇਹ ਏਜੰਡਾ ਹੈਗਾ, ਇਹਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਸਤ ਕਰੀਏ। ਜੀ ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ। ਸੋ ਵੱਡੇ ਸਵਾਲਾਂ ਨਾਲ ਮੁਖਾਤਿਬ ਹੋਏ ਆ। ਅਖੰਡ ਭਾਰਤ ਕੀ ਆ, ਉਹਨੂੰ ਕਿਵੇਂ ਲਾਗੂ ਕਰ ਸਕਦੀ ਆ RSS, ਉਹਦਾ ਮੁਕਾਬਲਾ ਕਿਵੇਂ ਕੀਤਾ ਜਾ ਸਕਦਾ, ਸੋ ਇਹ ਵੀ ਗੱਲਾਂ ਹੋਈਆਂ ਨੇ। ਸੋ ਇਸ ਵੀਡੀਓ ਨੂੰ ਹਰ ਇੱਕ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾਈਏ ਜਿਹੜੇ ਇਨਸਾਫ ਪਸੰਦ ਨੇ, ਜਿਹੜੇ ਲੜਨਾ ਚਾਹੁੰਦੇ ਨੇ, ਜਿਹੜੇ ਚਾਹੁੰਦੇ ਨੇ ਕਿ ਦੇਸ਼ ਦੀ ਜਿਹੜੀ ਵੰਨ-ਸੁਵੰਨਤਾ ਏ, ਦੇਸ਼ ਦਾ ਜੋ ਕਲਚਰ ਆ, ਉਹ ਉਸੇ ਤਰ੍ਹਾਂ ਬਣਿਆ ਰਹੇ। ਸੋ ਜੁੜੇ ਰਹੋ ਦੁਨੀਆ ਦੇ ਨਾਲ।